ਲਾਈਵ ਭਾਰਤ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਜਿਸ ਤਰ੍ਹਾਂ ਕਿ ਪੰਜਾਬ ਦੇ ਵਿੱਚ ਰੋਟੀ ਪਾਣੀ ਦੇ ਲੰਗਰ ਤੇ ਬਹੁਤ ਲੱਗਦੇ ਦੇਖੇ ਸੀ, ਪਰ ਦਵਾਈਆਂ ਦੇ ਲੰਗਰ ਇੱਕ ਜੋ ਇਲਾਜ ਦੇ ਲੰਗਰ ਲੱਗਣੇ ਸ਼ੁਰੂ ਕੀਤੇ ਅਨਮੋਲ ਕੁਆਤਰਾ ਵੱਲੋਂ, ਉਹ ਅੱਜ ਸਾਡੇ ਨਾਲ ਮੌਜੂਦ ਹੈ। ਉਹਨਾਂ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਇੱਕ ਤੁਹਾਡੇ ਕੋਲ ਸਵਾਲ, ਤੁਸੀਂ ਇੱਕ ਯੂਥ ਆਈਕਨ ਬਣ ਕੇ ਨਿਕਲੇ ਹੋ ਸੇਵਾ ਦੇ ਵਿੱਚ। ਅਕਸਰ ਹੀ ਲੋਕਾਂ ਦੀ ਸੇਵਾ ਲੰਗਰ ਤੱਕ ਸੀਮਿਤ ਹੁੰਦੀ ਹੈ, ਤੁਸੀਂ ਦਵਾਈਆਂ ਤੱਕ ਸੇਵਾ ਸ਼ੁਰੂ ਕਰ ਦਿੱਤੀ। ਪਹਿਲਾਂ ਇੱਕ ਜ਼ਿਲ੍ਹੇ ਤੋਂ ਸ਼ੁਰੂ ਕੀਤਾ, ਅੱਜ ਪੂਰਾ ਪੰਜਾਬ ਤੁਹਾਡੇ ਨਾਲ ਤੁਰਦਾ ਪਿਆ ਜੇ। ਤੇ ਅੱਜ ਤੁਸੀਂ ਅੰਮ੍ਰਿਤਸਰ ਵਿਜ਼ਿਟ ਕੀਤੀ ਹੈ, ਇਸ 'ਤੇ ਖਾਸ ਕੋਈ ਏਜੰਡਾ? ਦੇਖੋ ਜੀ ਬਾਈ, ਸੇਵਾ ਹਰ ਤਰ੍ਹਾਂ ਦੀ ਹੁੰਦੀ ਹੈ। ਜਿਹੜੀ ਲੋੜ ਅਨੁਸਾਰ ਸੇਵਾ ਦੀ ਲੋੜ ਹੈ ਸਮਾਜ ਦੇ ਵਿੱਚ, ਉਹ ਸੇਵਾ ਕਰਨੀ ਚਾਹੀਦੀ ਹੈ। ਤਾਂ ਅੱਜ ਮਰੀਜ਼ਾਂ ਨੂੰ ਮੈਡੀਸਨ ਦੀ ਲੋੜ ਹੈ ਤਾਂ ਮੈਡੀਸਨ ਦੀ ਸੇਵਾ ਹੋਣੀ ਚਾਹੀਦੀ ਹੈ। ਦੂਸਰੀ ਚੀਜ਼, ਜਿਸ ਤਰ੍ਹਾਂ ਕਿ ਤੁਹਾਡੇ ਵੱਲੋਂ ਹਮੇਸ਼ਾ ਲਾਈਵ ਹੋ ਕੇ ਡੋਨਰ ਬੁਲਾਏ ਜਾਂਦੇ ਹਨ ਜੋ ਕਿ ਸੇਵਾ ਕਰਨੀ ਹੈ, ਤੁਹਾਡੀ ਸੰਸਥਾ ਦਾ ਕੋਈ ਅਕਾਊਂਟ ਨੰਬਰ ਵੀ ਨਹੀਂ ਹੈ। ਲੋਕ ਸਿੱਧਾ ਹੀ ਜਿਹਨੂੰ ਇਲਾਜ ਦੀ ਲੋੜ ਹੈਗੀ ਆ ਉਹਦੇ ਕੋਲ ਜਾ ਕੇ ਆਪਣੀ ਸੇਵਾ ਦਿੰਦੇ ਹਨ। ਉਸ ਤੋਂ ਬਾਵਜੂਦ ਵੀ ਕੁਝ ਲੋਕ ਤੁਹਾਡੇ 'ਤੇ ਉਂਗਲੀ ਚੁੱਕਦੇ ਹਨ। ਲੋਕ ਕਿਹਦੇ 'ਤੇ ਉਂਗਲ ਨਹੀਂ ਚੱਕਦੇ ਯਾਰ। ਲੋਕਾਂ ਨੂੰ ਚੰਗਾ ਕੰਮ ਹੋਣਾ ਬਰਦਾਸ਼ਤ। ਲੋਕ ਹਰ ਕਿਸੇ 'ਤੇ ਉਂਗਲ ਚੱਕਦੇ ਨੇ, ਚੱਕਦੇ ਰਹਿਣ। ਉਹ ਆਪਣਾ ਕੰਮ ਕਰ ਰਹੇ ਨੇ, ਅਸੀਂ ਆਪਣਾ ਕੰਮ ਕਰ ਰਹੇ ਹਾਂ, ਕੋਈ ਫਰਕ ਨਹੀਂ। ਅੱਜ ਤੱਕ ਹਜ਼ਾਰਾਂ ਲੋਕਾਂ ਦੀ ਸੇਵਾ ਤੁਸੀਂ ਕਰ ਚੁੱਕੇ ਹੋ। ਕਈ ਲੋਕ ਆਪਣੇ ਮੂੰਹੋਂ ਬਿਆਨ ਦੇ ਚੁੱਕੇ ਹਨ ਕਿ ਜਿਨ੍ਹਾਂ ਦੇ ਇਲਾਜ, ਅਗਰ ਜੇ ਤੁਸੀਂ ਉਹਨਾਂ ਦਾ ਬਾਂਹ ਨਾ ਫੜਦੇ ਤਾਂ ਉਹਨਾਂ ਦਾ ਇਲਾਜ ਨਾ ਹੁੰਦਾ, ਹੋ ਸਕਦਾ ਉਹ ਦੁਨੀਆ ਵਿੱਚ ਵੀ ਨਾ ਰਹਿੰਦੇ। ਕਿਸੇ ਦੀ ਕੋਈ ਔਕਾਤ ਨਹੀਂ ਹੁੰਦੀ ਕੋਈ ਕਿਸੇ ਦਾ ਇਲਾਜ ਕਰਾ ਸਕੇ। ਹਰ ਕਿਸੇ ਦੀ ਆਪਣੀ ਆਪਣੀ ਸੇਵਾ ਲੱਗੀ ਹੈ, ਡਿਊਟੀ ਲੱਗੀ ਹੈ। ਸਾਡੀ ਲੱਗੀ ਹੈ, ਅਸੀਂ ਆਪਣੀ ਨਿਭਾ ਰਹੇ ਹਾਂ। ਕੋਈ ਕਿਸੇ ਦੇ ਹੈਲਪ ਕਰਨ ਨਾਲ ਠੀਕ ਨਹੀਂ ਹੁੰਦਾ, ਕੋਈ ਕਿਸੇ ਦੇ ਹੈਲਪ ਨਾ ਕਰਨਾ ਮਰਦਾ ਨਹੀਂ। ਆਪਣੇ ਆਪਣੀ ਡਿਊਟੀ, ਆਪਣੇ ਆਪਣੇ ਕਰਮ ਨੇ ਲੱਗੇ ਹੋਏ ਨੇ ਤੇ ਪਰਮਾਤਮਾ ਕਰੀ ਚੱਲੋ। ਦੂਸਰੀ ਚੀਜ਼, ਤੁਸੀਂ ਅੱਜ ਅੰਮ੍ਰਿਤਸਰ ਦੇ ਵਿੱਚ ਜਿਹੜੀ ਸੰਸਥਾ ਸ਼ੁਰੂ ਕੀਤੀ, ਆਪਣੀ ਸੰਸਥਾ ਦੇ ਵਿੰਗਸ ਬਣਾਏ ਆ ਅੰਮ੍ਰਿਤਸਰ ਦੇ ਵਿੱਚ, ਇਹਦਾ ਏਜੰਡਾ ਕੀ ਰਹੇਗਾ? ਇਹਦਾ ਏਜੰਡਾ ਜੀ, ਰਣਜੀਤ ਵੀਰਾ ਸਾਡਾ ਅੱਗੇ ਹੋ ਕੇ ਸੇਵਾ ਨਿਭਾ ਰਿਹਾ ਜੀ, ਬੜੀ ਮਿਹਨਤ ਕਰ ਰਿਹਾ ਬਾਈ। 16 ਜੂਨ ਤੋਂ ਬੈਠਣਾ ਸ਼ੁਰੂ ਕੀਤਾ ਤੇ ਅੱਜ ਤਕਰੀਬਨ 10 ਜੁਲਾਈ ਹੋ ਗਈ ਹੈ। ਤੇ ਵੈਸੇ ਤਾਂ 4-5 ਸਾਲ ਤੋਂ ਸਾਡਾ ਨਵਦੀਪ ਵੀਰਾ ਹੈਗਾ, ਉਹ ਜੁੜਿਆ ਹੋਇਆ। ਨਵਦੀਪ ਬਾਈ ਨੂੰ ਭੇਜੋ, ਤੇ ਉਹ ਜੁੜੇ ਹੋਏ ਨੇ, ਕਰ ਰਹੇ ਨੇ। ਇਹਨਾਂ ਦਾ ਸਾਥ ਦਿਓ ਜੀ ਆ ਕੇ। ਦੂਸਰੀ ਚੀਜ਼, ਤੁਸੀਂ ਜਿਸ ਤਰ੍ਹਾਂ ਕਿ ਕਿਸੇ ਪਰਸਨ ਨੂੰ ਜ਼ਰੂਰਤ ਹੁੰਦੀ ਹੈ, ਜਿਸ ਤਰ੍ਹਾਂ ਦਵਾਈ ਦੀ ਲੋੜ ਹੋਗੀ, ਆਪਰੇਸ਼ਨ ਦੀ ਲੋੜ ਹੋਗੀ, ਉਹ ਤੁਹਾਨੂੰ ਕਿਸ ਤਰ੍ਹਾਂ ਅਪਰੋਚ ਕਰਦਾ ਜਾਂ ਤੁਹਾਡੀ ਟੀਮ ਉਹਨਾਂ ਨੂੰ ਅਪਰੋਚ ਕਰਦੀ ਹੈ? ਸਾਡੇ ਫ਼ੋਨ ਨੰਬਰ, ਕੰਟੈਕਟ ਨੰਬਰ ਕਾਫੀ ਵਾਇਰਲ ਨੇ ਜੀ। ਲੋਕੇਸ਼ਨਸ ਵਾਇਰਲ ਹੈ ਤਾਂ ਉੱਥੇ ਡਾਇਰੈਕਟ ਹੀ ਪੇਸ਼ੈਂਟ ਜਿਹਨੂੰ ਲੋੜ ਹੁੰਦੀ ਉਹ ਆ ਜਾਂਦਾ ਜੀ। ਦੂਸਰੀ ਚੀਜ਼, ਕਈ ਇੱਥੇ ਅਗਰ ਦੀ ਗੱਲ ਕਰੀਏ ਇੱਕ ਸਰਕਾਰੀ ਹਸਪੀਟਲ ਦੀ, ਇੱਥੇ ਬਹੁਤ ਜ਼ਿਆਦਾ ਸੇਵਾ ਦੀ ਲੋੜ ਹੁੰਦੀ ਹੈ। ਬਹੁਤ ਜ਼ਿਆਦਾ ਲੋਕ ਆਉਂਦੇ ਆ ਜੋ ਕਿ ਉਸ ਤਬਕੇ ਦੇ ਲੋਕ ਆਉਂਦੇ ਜਿਨ੍ਹਾਂ ਕੋਲ ਨਾ ਤਾਂ ਸੰਪਰਕ ਦੇ ਸਾਧਨ ਹਨ ਤੇ ਨਾ ਹੀ ਦਵਾਈਆਂ ਦੇ ਸਾਧਨ ਹਨ। ਇਸ ਤਰ੍ਹਾਂ ਮਰੀਜ਼ ਆਪਾਂ ਬੈੱਡ 'ਤੇ ਤੜਪਦੇ ਹੋਏ ਵੀ ਦੇਖਦੇ ਹਨ। ਸਰਕਾਰ ਦੀਆਂ ਕੁਝ ਸਕੀਮਾਂ ਹੁੰਦੀਆਂ ਪਰ ਉਹ ਜ਼ਮੀਨੀ ਸਤਰ 'ਤੇ ਪੂਰੀਆਂ ਨਹੀਂ ਪਹੁੰਚ ਪਾਉਂਦੀਆਂ। ਉਹਦੇ ਲਈ ਤੁਹਾਡੇ ਵੱਲੋਂ ਕੋਈ ਉਪਰਾਲਾ ਕੀਤਾ ਜਾਏਗਾ? ਅਸੀਂ ਜੀ ਬਸ ਉਹੀ ਗੱਲ ਹੈ ਜੀ, ਚਿੜੀ ਚੁੰਝ 'ਚ ਪਾਣੀ ਭਰ ਕੇ ਆਪਣੀ ਡਿਊਟੀ ਨਿਭਾ ਰਹੀ ਹੈ ਤੇ ਅਸੀਂ ਆਪਣੀ ਡਿਊਟੀ ਕਰ ਰਹੇ ਹਾਂ। ਬਾਕੀ ਸਰਕਾਰਾਂ ਸਿਸਟਮ ਤਾਂ ਲੋਕ ਦੇਖ ਹੀ ਰਹੇ ਨੇ, ਉਹ ਜਦੋਂ ਠੀਕ ਹੋਏਗਾ ਹੋਏਗਾ। ਅਸੀਂ ਜਦੋਂ ਤੋਂ ਹੈਗੇ ਹਾਂ, ਜਦੋਂ ਦੇ ਜਿੰਦਾ ਮੈਂ ਆਪਣਾ ਕਰੀ ਚੱਲੀਏ। ਤਾਂ ਬਹੁਤ ਵੱਡੀ ਸੇਵਾ ਭਾਵਨਾ ਦੇ ਨਾਲ ਗੱਲ ਕਰ ਰਹੇ ਹਾਂ। ਇੱਕ ਇੰਨਾ ਵੱਡਾ ਜਿਗਰਾ ਇੱਕ ਯੂਥ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਦੇਸ਼ ਦੀ ਨੁਹਾਰ ਬਦਲਣ ਲਈ ਇੱਕ ਸ਼ਕਲ ਬਦਲ ਸਕਦਾ ਜੇ ਕੋਈ ਚੰਗੀ ਸੰਸਥਾ ਉੱਠ ਕੇ ਅੱਗੇ ਆ ਜਾਂਦੀ ਹੈ। ਤੇ ਅੰਮ੍ਰਿਤਸਰ ਤੋਂ ਤੁਸੀਂ ਸੇਵਾ ਨਿਭਾ ਰਹੇ ਹੋ ਤਾਂ ਤੁਸੀਂ ਕਿਹੜਾ ਏਜੰਡਾ ਲੈ ਕੇ ਨਾਲ ਚੱਲ ਰਹੇ ਹੋ? ਵੇਖੋ ਜੀ, ਸਭ ਤੋਂ ਪਹਿਲਾਂ ਤਾਂ ਸਾਡਾ ਜਿਹੜਾ ਇੱਕ ਮਕਸਦ ਇਹੋ ਹੀ ਆ ਕਿ ਜੇ ਅਸੀਂ ਇਕੱਲੇ ਅੰਮ੍ਰਿਤਸਰ ਦੀ ਵੈਸੇ ਅਸੀਂ ਗੱਲ ਨਹੀਂ ਕਰਦੇ, ਪੂਰੀ ਦੁਨੀਆ ਦੇ ਵਿੱਚ ਹੀ ਕੋਈ ਇਹੋ ਜਿਹਾ ਮਰੀਜ਼ ਨਹੀਂ ਹੋਣਾ ਚਾਹੀਦਾ ਜਿਹੜਾ ਪੈਸੇ ਨਾ ਹੋਣ ਕਰਕੇ ਘਰ ਬੈਠਾ ਹੋਵੇ ਜਾਂ ਉਹ ਆਪਣਾ ਇਲਾਜ ਨਾ ਕਰਵਾ ਪਾ ਰਿਹਾ ਹੋਵੇ। ਸਾਡਾ ਮਕਸਦ ਬਸ ਇੱਕੋ ਹੀ ਆ ਕਿ ਅਸੀਂ ਵੱਧ ਤੋਂ ਵੱਧ ਜਿੰਨੀ ਹੋ ਸਕੇ ਉਨੀ ਮਰੀਜ਼ਾਂ ਦੀ ਜਿਹੜੀ ਆ ਉਹ ਹੈਲਪ ਕਰ ਪਾਈਏ। ਤੇ ਇਸੇ ਜਿਹੜਾ ਮੋਟਿਵ ਨੂੰ ਲੈ ਕੇ ਅਸੀਂ ਇੱਥੇ ਨਿਸ਼ਕਾਮ ਸੇਵਾ ਕਰਦੇ ਹਾਂ। ਅਸੀਂ ਸਵੇਰੇ ਕਿਰਤ ਕਰਦੇ ਹਾਂ। ਮੈਂ ਦਰਬਾਰ ਸਾਹਿਬ ਵਿਖੇ ਡਿਊਟੀ ਕਰਦਾ ਸ਼੍ਰੋਮਣੀ ਕਮੇਟੀ ਵਿੱਚ। ਸ਼ਾਮ ਨੂੰ ਅਸੀਂ 3-4 ਘੰਟੇ ਕੱਢ ਕੇ ਇੱਥੇ ਸੇਵਾ ਆਣ ਕੇ ਕਰੀਦੀ ਨਿਸ਼ਕਾਮ ਸੇਵਾ। ਇਸ ਤੋਂ ਇਲਾਵਾ ਸਾਡਾ ਮਕਸਦ ਬਸ ਇੱਕੋ ਹੀ ਆ ਕਿ ਵੱਧ ਤੋਂ ਵੱਧ ਪਰਿਵਾਰਾਂ ਦੀ ਸੇਵਾ ਕਰ ਪਾਈਏ। ਬਾਕੀ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਇਹ ਸੇਵਾ ਭਾਵਨਾ ਨਾਲ ਜੁੜਨਾ ਸਕਣ ਤੁਹਾਡੀ ਘਰ? ਹਾਂਜੀ, ਵੇਖੋ, ਮੇਰਾ ਮੈਸੇਜ ਇਹੋ ਹੀ ਆ ਕਿ ਪੰਜਾਬ ਦੇ ਵਿੱਚ ਵੀ ਪੈਸਾ ਦੇਣ ਵਾਲਿਆਂ ਦੀ ਕੋਈ ਕਮੀ ਨਹੀਂ ਆ। ਉਹਨਾਂ ਦੀ ਇੱਛਾ ਇਹੋ ਹੀ ਹੁੰਦੀ ਕਿ ਸਾਡਾ ਪੈਸਾ ਸਹੀ ਜਗ੍ਹਾ 'ਤੇ ਜਾਵੇ। ਅਤੇ ਉਹਦੇ ਵਾਸਤੇ ਮੈਂ ਇਹ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਸਾਡੇ ਕੋਲ ਆਓ, ਤੁਸੀਂ ਸਾਡਾ ਕੰਮ ਵੇਖੋ। ਪਹਿਲੇ ਦਿਨ ਹੀ ਸੇਵਾ ਨਹੀਂ ਕਰਨੀ, ਸਾਡੇ ਨਾਲ ਬੈਠੋ, ਮਰੀਜ਼ਾਂ ਦੇ ਦੁੱਖ ਸੁਣੋ। ਤੁਹਾਨੂੰ ਜੇ ਲੱਗੇਗਾ ਕਿ ਸਾਡੀ ਸੇਵਾ ਬਿਲਕੁਲ ਸਹੀ ਹੱਥਾਂ 'ਚ ਅਸੀਂ ਤੁਹਾਨੂੰ ਦੇਣ ਲਈ ਕਹਿ ਰਹੇ ਹਾਂ, ਅਸੀਂ ਤੁਹਾਨੂੰ ਕਿਸੇ ਗਲਤ ਬੰਦੇ ਨੂੰ ਸੇਵਾ ਦੇਣ ਲਈ ਨਹੀਂ ਕਹਿ ਰਹੇ, ਤੇ ਤੁਸੀਂ ਸੇਵਾ ਵੇਖ ਕੇ ਫੇਰ ਹੀ ਸੇਵਾ ਦਿਓ। ਉਸ ਤਰ੍ਹਾਂ ਤੁਸੀਂ ਸੇਵਾ ਵੀ ਨਾ ਦਿਓ ਭਾਵੇਂ। ਬਿਲਕੁਲ ਬਹੁਤ ਵੱਡੀ ਗੱਲ ਕੀਤੀ ਹੈ, ਸੇਵਾ ਦੇਖ ਕੇ ਸੇਵਾ ਦਿਓ। ਤਾਂ ਸਾਡੇ ਨਾਲ ਸੈਲੋ ਮੈਡੀਕਲ ਸਟੋਰ ਤੋਂ ਵੀ ਮੌਜੂਦ ਹਨ ਸੱਜਣ। ਇਹਨਾਂ ਦਾ ਗੱਲ ਕਰੀਏ ਤਾਂ ਕਈ ਵਾਰ ਦਵਾਈਆਂ ਲੋੜਵੰਦ ਲੋਕਾਂ ਨੂੰ ਫ੍ਰੀ ਵੀ ਦੇ ਦਿੰਦੇ ਹਨ, ਵੈਸੇ ਵੀ ਦਵਾਈਆਂ ਡਿਸਕਾਊਂਟ ਰੇਟ 'ਤੇ ਦਿੰਦੇ ਹਨ। ਤਾਂ ਤੁਸੀਂ ਸੰਸਥਾ ਦੇ ਨਾਲ ਜੁੜੇ ਹੋ ਅਤੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਹਨਾਂ ਸੰਸਥਾ ਨਾਲ ਕੰਮ ਕਰਦੇ? ਦੇਖੋ ਜੀ, ਪਹਿਲੇ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਰਮਾਤਮਾ ਆਪ ਹੀ ਜਿੰਨਾ ਕੋਈ ਸੇਵਾ ਲਏ ਸੇਵਾ ਕਰ ਸਕਦੀ। ਆਪ ਦੀ ਬੰਦੇ ਦੀ ਕੋਈ ਬਹਾਦਰੀ ਨਹੀਂ ਇਸ ਚੀਜ਼ ਦੇ ਵਿੱਚ ਭਾਜੀ। ਬਾਕੀ ਇਹ ਬਹੁਤ ਹੀ ਤਨਦੇਹੀ ਨਾਲ ਕੰਮ ਕਰ ਰਹੇ ਰਣਜੀਤ ਭਾਈ, ਨਵਦੀਪ ਭਾਈ ਅਤੇ ਪੂਰੀ ਇੱਕ ਜ਼ਰੀਆ ਦੀ ਟੀਮ। ਬਾਕੀ ਚਲੋ ਸਾਡੀ ਝੋਲੀ ਇਹਨਾਂ ਨੇ ਸੇਵਾ ਪਾਈ। ਇੱਕ ਟਰਾਂਸਪੇਰੈਂਸੀ ਨਾਲ ਆਪਾਂ ਪੂਰਾ ਹਿਸਾਬ ਰੱਖ ਕੇ ਹਰ ਚੀਜ਼ ਦਾ ਇਹਨਾਂ ਨੂੰ ਸਾਰਾ ਅਕਾਊਂਟ ਦੇ ਕੇ ਮਰੀਜ਼ ਦੀ ਸੇਵਾ ਕਰ ਸਕੀਏ। ਠੀਕ ਹੈ ਜੀ। ਬਾਕੀ ਜਿੱਥੋਂ ਤੱਕ ਪਰਮਾਤਮਾ ਸੇਵਾ ਲਏਗਾ ਜੀ ਉੱਥੋਂ ਤੱਕ ਅਸੀਂ ਕਰਾਂਗੇ। ਬਾਕੀ ਜਿੰਨਾ ਵੀ ਲੋੜਵੰਦਾਂ ਦੀ ਮਦਦ ਕਰ ਰਹੇ ਨੇ, ਬਹੁਤ ਹੀ ਸ਼ਲਾਘਾਯੋਗ ਕੰਮ ਹੈ ਜੀ।
ਅਸੀਂ ਚਾਹਾਂਗੇ ਕਿ ਅੰਮ੍ਰਿਤਸਰ ਦੇ ਵੱਧ ਤੋਂ ਵੱਧ ਲੋਕ ਇਹਨਾਂ ਨਾਲ ਆ ਕੇ ਜੁੜਨ ਤੇ ਇਹਨਾਂ ਦੀ ਹੈਲਪ ਕਰਨ ਆ ਕੇ। ਪਹਿਲਾ ਕੰਮ ਜਾਂਚੋ ਪਰਖੋ, ਫਿਰ ਤੁਸੀਂ ਆਪ ਦੇ ਦਾਨ ਵਿੱਚ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੂਸਰੀ ਚੀਜ਼ ਜਿਹੜੇ ਸੇਵਾ ਲਈ ਜਾਂਦੀ ਹੈ, ਸੇਵਾ ਕਿਸ ਤਰ੍ਹਾਂ ਦੀ ਲਈ ਜਾਂਦੀ ਹੈ? ਸੇਵਾ ਦੇਖੋ ਜੀ, ਪਹਿਲਾਂ ਤਾਂ ਪੇਸ਼ੈਂਟ ਦਾ ਆਪਣਾ ਸਰਵੇ ਕੀਤਾ ਜਾਂਦਾ, ਇਹਦਾ ਇਲਾਜ ਕਿੰਨੇ ਅਮਾਊਂਟ ਇਹਨੂੰ ਚਾਹੀਦੀ ਹੈ, ਫਿਰ ਸਰਕਾਰੀ ਨੂੰ ਕੀ ਹੈਲਪ ਮਿਲੇਗੀ ਅੰਦਰੋਂ, ਸੇਵਾ ਭਾਰਤੀ ਦੀ ਆਪਸ਼ਨ ਹੈਗੀ ਹੈ ਜਾਂ ਆਯੁਸ਼ਮਾਨ ਕਾਰਡ ਦੀ ਆਪਸ਼ਨ ਹੈਗੀ ਹੈ। ਉਸ ਤੋਂ ਬਾਅਦ ਜਿਹੜੀ ਮੈਡੀਸਿਨ ਮਰੀਜ਼ ਨੂੰ ਨਹੀਂ ਮਿਲ ਪਾਉਂਦੀ, ਠੀਕ ਹੈ ਕਿ ਨਾ, ਉਹ ਫਿਰ ਇਹ ਪੁੱਛਦੇ ਨੇ ਕਿ ਇਹਨੂੰ 2000 ਦੀ ਲੋੜ ਹੈ, 5000 ਦੀ ਲੋੜ ਹੈ, 1000 ਦੀ ਲੋੜ ਹੈ, 500 ਦੀ ਲੋੜ ਹੈ। ਉਸ ਅਕੋਰਡਿੰਗ ਡੋਨਰ ਕੋਲ ਸੇਵਾ ਕਰਾ ਦਿੱਤੀ ਜਾਂਦੀ ਹੈ ਤੇ ਉਸ ਅਕੋਰਡਿੰਗ ਪੇਸ਼ੈਂਟ ਨੂੰ ਔਨ ਦ ਸਪੌਟ ਸੇਵਾ ਦੇ ਕੇ ਤੇ ਦਵਾਈ ਦੇ ਦਿੱਤੀ ਜਾਂਦੀ ਹੈ। ਤੇ ਬਿਲਕੁਲ ਟਰਾਂਸਪੇਰੈਂਸੀ ਨਾਲ ਹੈਂਡ ਟੂ ਹੈਂਡ ਸਿੱਧਾ ਪੇਸ਼ੈਂਟ ਨੂੰ ਦਿੱਤੀ ਜਾਂਦੀ ਹੈ, ਜਿਹੜੀ ਸੇਵਾ ਦਿੱਤੀ ਜਾਂਦੀ ਹੈ। ਤੇ ਉਹ ਪੇਸ਼ੈਂਟਸ ਕਿੰਨੇ ਕੇ ਪੇਸ਼ੈਂਟ ਅੱਜ ਤੱਕ ਆਪਾਂ ਸੇਵਾ ਕਰ ਚੁੱਕੇ ਹਾਂ ਇੱਥੇ ਅੰਮ੍ਰਿਤਸਰ ਦੇ ਵਿੱਚ? ਦੇਖੋ ਜੀ, ਗਿਣਤੀ ਤੇ ਇਸ ਚੀਜ਼ ਦੀ ਹੈ ਨਹੀਂ ਕਿ ਕਿੰਨੇ ਕੁ ਪੇਸ਼ੈਂਟ ਹੁਣ ਤੱਕ ਫਾਇਦਾ ਲੈ ਚੁੱਕੇ ਨੇ ਇਸ ਚੀਜ਼ ਦਾ। ਕਈ ਬਹੁਤ ਦੂਰੋਂ ਵੀ ਲੋਕ ਆਉਂਦੇ ਨੇ ਸੇਵਾ ਲੈ ਕੇ। ਤੇ ਮੈਂ ਤਾਂ ਇਹੋ ਗੱਲ ਕਹਾਂਗਾ, ਪਰਮਾਤਮਾ ਰਣਜੀਤ ਵੀ ਨਵਦੀਪ ਨੂੰ ਲੰਮੀਆਂ ਉਮਰਾਂ ਦੇਣ ਤਾਂ ਕਿ ਇਹ ਤਨਦੇਹੀ ਅਖੀਰਲੇ ਸਵਾਸਾਂ ਤੱਕ ਸੇਵਾ ਕਰ ਸਕਣ। ਬਾਕੀ ਜਿੰਨੇ ਵੀ ਸਰਕਾਰੀ ਹਸਪਤਾਲ ਆਉਂਦੇ ਨੇ, ਹੁਣ ਅੰਦਰ ਵੀ ਬਹੁਤ ਅੱਛਾ ਇਨਫਰਾਸਟਰਕਚਰ ਚੱਲ ਰਿਹਾ ਹੈ। ਸਰਕਾਰ ਵੱਲੋਂ ਬਹੁਤ ਵਧੀਆ ਸਾਰੀਆਂ ਸਕੀਮਸ ਚੱਲ ਰਹੀਆਂ ਨੇ, ਸਰਕਾਰ ਦੀ ਵੀ ਬਹੁਤ ਸਪੋਰਟ ਹੈ। ਤੇ ਬਾਕੀ ਮੈਂ ਤਾਂ ਇਹੋ ਕਹਾਂਗਾ ਕਿ ਜਿੱਥੋਂ ਤੱਕ ਪਰਮਾਤਮਾ ਸਾਨੂੰ ਸਵਾਸ ਬਖਸ਼ੇ ਸੇਵਾ ਕਰ ਸਕੀਏ ਜੀ। ਬਹੁਤ ਬਹੁਤ ਧੰਨਵਾਦ ਜੀ। ਤੇ ਜਿਸ ਤਰ੍ਹਾਂ ਕਿ ਸੇਵਾ ਭਾਵਨਾ ਬਹੁਤ ਜ਼ਰੂਰੀ ਹੈ, ਤੇ ਸੇਵਾ ਭਾਵਨਾ ਇਸ ਕਦਰ ਕੀਤੀ ਜਾਂਦੀ ਹੈ ਕਿ ਇੱਥੇ ਆਪਣੇ ਹੱਥੀਂ ਨਾ ਪੈਸਾ ਲਿਆ ਜਾਂਦਾ, ਨਾ ਸੰਸਥਾ ਦਾ ਕੋਈ ਅਕਾਊਂਟ ਹੈ। ਤੇ ਇਸ ਤੋਂ ਜ਼ਿਆਦਾ ਪਾਰਦਰਸ਼ਤਾ ਕੀ ਹੋ ਸਕਦੀ ਹੈ ਕਿ ਤੁਸੀਂ ਜੋ ਵੀ ਸੇਵਾ ਕਰਨੀ ਚਾਹੁੰਦੇ ਹੋ ਉਹ ਆਪਣੇ ਹੱਥੀਂ ਡੋਨਰ ਨੂੰ, ਜਿਸ ਨੂੰ ਜ਼ਰੂਰਤ ਹੈਗੀ ਹੈ ਡੋਨਰ, ਉਸ ਨੂੰ ਆਪਣੇ ਹੱਥੀਂ ਦੇਵੇ ਤੇ ਪੂਰੀ ਪਾਰਦਰਸ਼ਤਾ ਨਾਲ ਸੇਵਾ ਕਰੇ। ਇਸ ਤਰ੍ਹਾਂ ਦੀ ਸੇਵਾ ਭਾਵਨਾ ਸੰਸਥਾਵਾਂ ਜੇ ਕਿਸੇ ਦੇਸ਼ ਦੇ ਵਿੱਚ ਹੋਣ ਤਾਂ ਉਸ ਦੇਸ਼ ਦੀ ਨੁਹਾਰ ਬਦਲਣ ਵਿੱਚ ਸਰਕਾਰ ਤੇ ਸੰਸਥਾਵਾਂ ਮਿਲ ਜਾਣ ਤੇ ਬੜੀ ਜਲਦੀ ਬਦਲੀ ਜਾ ਸਕਦੀ ਹੈ। ਤੇ ਇਸ ਤਰ੍ਹਾਂ ਦੀ ਖਾਸ ਸਟੋਰੀ ਨਾਲ ਹੀ ਫਿਰ ਤੁਹਾਡੇ ਰੂਬਰੂ ਹੋਵਾਂਗੇ। ਕੈਮਰਾਮੈਨ ਸਹਿਯੋਗੀ ਕੈਮਰਾਮੈਨ ਦੇ ਨਾਲ ਕੈਲਾਸ਼ ਪ੍ਰਤਾਪ ਦੀ ਰਿਪੋਰਟ।